ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਕਦੇ ਵੀ ਆਪਣੇ ਪਤੀ ਦੇ ਨਾਲ ਰਾਤ ਨਹੀਂ ਗੁਜ਼ਾਰੀ ਸੀ ਕਿਉਂਕਿ ਮੈਨੂੰ ਆਪਣੇ ਪਤੀ ਤੋਂ ਨਫ਼ਰਤ ਸੀ। ਫਿਰ ਇੱਕ ਰਾਤ ਮੈਂ ਸਾਰੀਆਂ ਹੱਦਾਂ ਪਾਰ ਕਰਕੇ ਆਪਣੇ 3 ਦੋਸਤ ਲੜਕਿਆਂ ਨੂੰ ਘਰ ਬੁਲਾਇਆ ਤੇ ਫਿਰ ਨਸ਼ੇ ਦੀ ਹਾਲਤ ਵਿੱਚ ਤਿੰਨਾਂ ਦੋਸਤਾਂ ਨੇ ਮਿਲ ਕੇ, ਜ਼ਰੂਰੀ ਨਹੀਂ ਕਿ ਇੰਤਜ਼ਾਰ ਸਿਰਫ ਆਪਣੀ ਪਸੰਦ ਦੀਆਂ ਚੀਜ਼ਾਂ ਦਾ ਹੀ ਹੋਵੇ, ਕਦੇ-ਕਦੇ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਵੀ ਇੰਤਜ਼ਾਰ ਕਰਨਾ ਪੈਂਦਾ ਜਿਨ੍ਹਾਂ ਨਾਲ ਆਪਾਂ ਨੂੰ ਨਫ਼ਰਤ ਹੁੰਦੀ ਆ। ਅੱਜ ਵੀ ਮੈਂ ਕਮਰੇ ਵਿੱਚ ਦੁਲਹਨ ਬਣੀ ਬੈਠੀ ਸੀ ਤੇ ਸਭ ਤੋਂ ਨਾਪਸੰਦ ਇਨਸਾਨ ਦਾ ਇੰਤਜ਼ਾਰ ਕਰ ਰਹੀ ਸੀ। ਉਹ ਨਾਪਸੰਦ ਇਨਸਾਨ ਕੋਈ ਹੋਰ ਨਹੀਂ ਬਲਕਿ ਮੇਰਾ ਪਤੀ ਸੀ। ਮੇਰਾ ਆਲੀਸ਼ਾਨ ਕਮਰਾ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ, ਲੇਕਿਨ ਕਾਸ਼ ਕਮਰੇ ਦੀ ਤਰ੍ਹਾਂ ਮੇਰਾ ਹਮਸਫ਼ਰ ਵੀ ਖੂਬਸੂਰਤ ਹੁੰਦਾ, ਪਰ ਅਜਿਹਾ ਨਹੀਂ ਸੀ। ਮੈਂ ਆਪਦੇ ਕੱਪੜੇ ਵੀ ਨਹੀਂ ਬਦਲੇ, ਨਾ ਹੀ ਜੇਵਰਾਤ ਉਤਾਰੇ। ਦਿਲ ਤਾਂ ਕਰ ਰਿਹਾ ਸੀ ਕਿ ਉਸ ਇਨਸਾਨ ਦੇ ਦਿੱਤੇ ਹੋਏ ਸਾਰੇ ਜੇਵਰ ਲਾਹ ਕੇ ਸੁੱਟ ਦੇਵਾਂ। ਮੈਂ ਆਪਣੀਆਂ ਇਹਨਾਂ ਸੋਚਾਂ ਵਿੱਚ ਸੀ, ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਮੇਰਾ ਪਤੀ ਅੰਦਰ ਆਇਆ। ਮੈਂ ਜਾਣ ਬੁੱਝ ਕੇ ਆਪਣਾ ਹੁਲੀਆ ਨਹੀਂ ਬਦਲਿਆ ਸੀ ਤਾਂ ਕਿ ਮੈਂ ਉਸ ਨੂੰ ਅਹਿਸਾਸ ਕਰਾ ਸਕਾਂ ਕਿ ਮੈਂ ਕਿੰਨੀ ਸੋਹਣੀ ਆ ਤੇ ਉਹ ਮੇਰੇ ਮੁਕਾਬਲੇ ਕਿੰਨਾ ਆਮ ਜਿਹਾ। ਜਦੋਂ ਉਹ ਮੇਰੇ ਕੋਲ ਆ ਕੇ ਬੈਠਿਆ ਤਾਂ ਮੈਨੂੰ ਹੂਰ ਦੇ ਗਲੇ ਵਿੱਚ ਲੰਗੂਰ ਵਾਲਾ ਮੁਹਾਵਰਾ ਮੇਰੇ 'ਤੇ ਢੁੱਕਦਾ ਨਜ਼ਰ ਆਇਆ। ਉਸਨੇ ਮੈਨੂੰ ਵੇਖ ਕੇ ਮੇਰੀ ਤਾਰੀਫ ਕੀਤੀ ਕਿ ਮੈਂ ਬਹੁਤ ਖੂਬਸੂਰਤ ਲੱਗ ਰਹੀ ਹਾਂ। ਬਦਲੇ ਵਿੱਚ ਮੈਂ ਕਿਹਾ ਕਿ ਹਾਂ, ਮੈਂ ਖੂਬਸੂਰਤੀ ਹਾਂ, ਪਰ ਤੂੰ ਮੇਰੇ ਲਾਇਕ ਨਹੀਂ। ਕਾਸ਼ ਮੈਂ ਵੀ ਤੇਰੀ ਤਾਰੀਫ ਦੇ ਵਿੱਚ ਤੈਨੂੰ ਖੂਬਸੂਰਤ ਕਹਿ ਸਕਦੀ, ਲੇਕਿਨ ਅਫਸੋਸ ਕਿ ਸ਼ਾਇਦ ਤੂੰ ਇਸ ਗੱਲ ਦੇ ਲਾਇਕ ਨਹੀਂ ਕਿ ਤੇਰੀ ਤਾਰੀਫ ਕੀਤੀ ਜਾਵੇ। ਅਜਿਹਾ ਕਹਿ ਕੇ ਮੈਂ ਆਪਣੇ ਸਾਰੇ ਪਾਏ ਹੋਏ ਗਹਿਣੇ ਲਾਹ ਕੇ ਸੁੱਟ ਦਿੱਤੇ ਤੇ ਬਾਥਰੂਮ ਵਿੱਚ ਚਲੀ ਗਈ। ਮੈਂ ਜਾਣ ਬੁੱਝ ਕੇ ਬਾਥਰੂਮ ਵਿੱਚੋਂ ਦੇਰ ਨਾਲ ਆਈ ਤਾਂ ਕਿ ਮੇਰਾ ਪਤੀ ਸੌਂ ਜਾਵੇ, ਪਰ ਜਦੋਂ ਮੈਂ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਉਹ ਕਮਰੇ ਵਿੱਚ ਨਹੀਂ ਸੀ। ਮੈਂ ਰੱਬ ਦਾ ਸ਼ੁਕਰੀਆ ਕੀਤਾ ਤੇ ਕਮਰੇ ਦਾ ਦਰਵਾਜ਼ਾ ਲੌਕ ਕਰਕੇ ਸੌਂ ਗਈ। ਮੈਂ ਸੋਚਿਆ ਸੀ ਕਿ ਮੈਨੂੰ ਬਹੁਤ ਹੰਗਾਮਾ ਕਰਨਾ ਪਊਗਾ, ਆਪਣੇ ਪਤੀ ਨਾਲ ਬਹੁਤ ਬੁਰੇ ਤਰੀਕੇ ਨਾਲ ਪੇਸ਼ ਆਉਣਾ ਪਊਗਾ ਤਾਂ ਕਿ ਉਹ ਮੇਰੇ ਨੇੜੇ ਨਾ ਆ ਸਕੇ, ਪਰ ਮੈਨੂੰ ਅਜਿਹਾ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪਈ। ਉਹ ਖੁਦ ਹੀ ਚੁੱਪ ਕਰਕੇ ਇੱਕ ਪਾਸੇ ਹੋ ਗਿਆ। ਉਸਨੇ ਮੇਰੇ ਮਾਮਲੇ ਵਿੱਚ ਕਿਸੇ ਕਿਸਮ ਦੀ ਕੋਈ ਜ਼ਬਰਦਸਤੀ ਨਹੀਂ ਕੀਤੀ। ਮੈਂ ਇੱਕ ਮਿਡਲ ਕਲਾਸ ਫੈਮਿਲੀ ਵਿੱਚੋਂ ਸੀ ਅਤੇ ਜਦੋਂ ਮੇਰੇ ਲਈ ਇੱਕ ਬਹੁਤ ਹੀ ਅਮੀਰ ਔਰਤ ਆਪਣੇ ਬੇਟੇ ਦਾ ਰਿਸ਼ਤਾ ਲੈ ਕੇ ਆਈ ਤਾਂ ਸਭ ਨੇ ਵਧੀਆ ਸਮਝ ਕੇ ਉਸ ਨੂੰ ਮਨਜ਼ੂਰ ਕਰ ਲਿਆ, ਪਰ ਜਦੋਂ ਮੈਂ ਉਸ ਲੜਕੇ ਦੀ ਸ਼ਕਲ ਦੇਖੀ ਤਾਂ ਉਹ ਮੈਨੂੰ ਬਿਲਕੁਲ ਪਸੰਦ ਨਾ ਆਇਆ। ਉਸ ਦੇ ਕੋਲ ਪੈਸੇ ਦੇ ਇਲਾਵਾ ਕੁਝ ਨਹੀਂ ਸੀ। ਉਹ ਬਹੁਤ ਹੀ ਬਦਸੂਰਤ ਸੀ। ਮੈਂ ਬੜਾ ਰੌਲਾ ਪਾਇਆ, ਪਰ ਘਰ ਵਾਲਿਆਂ ਨੇ ਮੇਰੀ ਇੱਕ ਨਾ ਸੁਣੀ ਕਿਉਂਕਿ ਉਹਨਾਂ ਨੇ ਤਾਂ ਅਮੀਰ ਘਰ ਨਾਲ ਰਿਸ਼ਤਾ ਜੋੜਨਾ ਸੀ ਤੇ ਮੇਰੀ ਸੱਸ ਨੂੰ ਚੰਨ ਵਰਗੀ ਨੂੰਹ ਚਾਹੀਦੀ ਸੀ। ਜਦੋਂ ਮੇਰੇ ਘਰ ਵਾਲਿਆਂ ਤੇ ਬੱਸ ਨਾ ਚੱਲੀ ਤਾਂ ਮੈਂ ਤੈਅ ਕਰ ਲਿਆ ਸੀ ਕਿ ਮੈਂ ਉਹਨਾਂ ਦੋਵਾਂ ਮਾਂ ਬੇਟੇ ਦਾ ਜੀਣਾ ਹਰਾਮ ਕਰ ਦੇਵਾਂਗੀ, ਕਿਉਂਕਿ ਉਹਨਾਂ ਦੋਨਾਂ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਬਰਬਾਦ ਹੋਈ ਸੀ। ਉਹਨਾਂ ਨੇ ਸਾਡੀ ਗਰੀਬੀ ਦਾ ਫਾਇਦਾ ਉਠਾਇਆ ਸੀ ਤੇ ਆਪਣੀ ਦੌਲਤ ਦੀ ਨੁਮਾਇਸ਼ ਕਰਕੇ ਮੈਨੂੰ ਖਰੀਦ ਲਿਆ ਸੀ। ਮੇਰੇ ਜਜ਼ਬਾਤ ਤੇ ਅਹਿਸਾਸ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਸੀ। ਮੇਰੀ ਸੱਸ ਨੇ ਵਿਚੋਲੇ ਨੂੰ ਕਾਫੀ ਸਾਰੇ ਪੈਸੇ ਦੇ ਦਿੱਤੇ ਸੀ ਤੇ ਉਸ ਵਿਚੋਲੇ ਨੇ ਮੈਨੂੰ ਉਸ ਭੱਦੀ ਸੂਰਤ ਵਾਲੇ ਨਾਲ ਮੜ ਦਿੱਤਾ ਤੇ ਮੇਰਾ ਵਿਆਹ ਹੋ ਗਿਆ। ਮੈਂ ਆਪਣੇ ਪੇਕਿਆਂ ਤੋਂ ਹਰ ਕਿਸਮ ਦਾ ਰਿਸ਼ਤਾ ਖਤਮ ਕਰ ਲਿਆ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਅੱਗੇ ਜ਼ਿੰਦਗੀ ਵਿੱਚ ਮੈਂ ਤੁਹਾਡੀ ਸ਼ਕਲ ਦੇਖਣਾ ਵੀ ਪਸੰਦ ਨਾ ਕਰਾਂਗੀ। ਮੇਰੀ ਮਾਂ-ਬਾਪ ਦੀ ਵਜ੍ਹਾ ਨਾਲ ਵੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸੀ। ਮੈਂ ਜਿੰਨੀ ਕੁ ਖੂਬਸੂਰਤ ਸੀ, ਮੈਨੂੰ ਪੈਸਿਆਂ ਦੀ ਨਹੀਂ ਬਲਕਿ ਇੱਕ ਖੂਬਸੂਰਤ ਇਨਸਾਨ ਦੀ ਜ਼ਰੂਰਤ ਸੀ, ਕਿਉਂਕਿ ਪੈਸਾ ਤਾਂ ਕੋਈ ਵੀ ਕਮਾ ਸਕਦਾ, ਪਰ ਚੰਗੀ ਸ਼ਕਲ ਸੂਰਤ ਹਰ ਕਿਸੇ ਦੇ ਕੋਲ ਨਹੀਂ ਹੁੰਦੀ। ਇਸ ਜ਼ਬਰਦਸਤੀ ਦੇ ਵਿਆਹ ਦੇ ਬਾਅਦ ਮੈਂ ਬਦਮਾਸ਼ੀ 'ਤੇ ਉਤਰ ਆਈ। ਇਸ ਲਈ ਮੈਂ ਤੈਅ ਕਰ ਲਿਆ ਸੀ ਕਿ ਮੈਂ ਸਭ ਤਹਿਸ ਨਹਿਸ ਕਰ ਦਿਆਂਗੀ ਤੇ ਘਰ ਦੀ ਮਾਲਕਣ ਦਾ ਜੀਣਾ ਹਰਾਮ ਕਰ ਦੇਵਾਂਗੀ। ਇਹ ਘਰ ਦੇਖਣ ਵਿੱਚ ਬਹੁਤ ਹੀ ਖੂਬਸੂਰਤ, ਪਰ ਜਿੰਨਾ ਵੱਡਾ ਘਰ ਸੀ ਮੈਨੂੰ ਉਸ ਦੇ ਅੰਦਰ ਰਹਿਣ ਵਿੱਚ ਘੁਟਨ ਮਹਿਸੂਸ ਹੋ ਰਹੀ ਸੀ। ਸੱਚ ਕਹਿੰਦੇ ਆ ਕਿ ਇਨਸਾਨ ਦਾ ਜਿੱਥੇ ਦਿਲ ਨਾ ਲੱਗੇ ਉੱਥੇ ਕਿੰਨਾ ਵੀ ਸਕੂਨ ਕਿਉਂ ਨਾ ਹੋਵੇ, ਕੋਈ ਫਾਇਦਾ ਨਹੀਂ ਹੁੰਦਾ। ਇਸ ਘਰ ਵਿੱਚ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਮੌਜੂਦ ਸੀ, ਪਰ ਉਹ ਨਹੀਂ ਸੀ ਜਿਸ ਦੀ ਮੈਨੂੰ ਜ਼ਰੂਰਤ ਸੀ। ਮੇਰੀ ਮਾਂ ਨੇ ਕਿਹਾ ਸੀ ਕਿ ਮਰਦ ਦੀ ਸ਼ਕਲ ਕੌਣ ਦੇਖਦਾ, ਬਸ ਮੁੰਡਾ ਕਮਾਊ ਹੋਣਾ ਚਾਹੀਦਾ ਤਾਂ ਕਿ ਜ਼ਿੰਦਗੀ ਵਧੀਆ ਲੰਘੇ। ਮੈਂ ਕਿਹਾ ਕਿ ਮੇਰੇ ਵਰਗੀ ਖੂਬਸੂਰਤ ਪਤਨੀ ਪਤੀ ਦੀ ਸ਼ਕਲ ਦੇਖਦੀ ਆ, ਸਵੇਰੇ ਸ਼ਾਮ ਦੇਖਦੀ ਆ, ਪਰ ਜੇ ਉਹ ਸ਼ਕਲ ਵਧੀਆ ਨਾ ਹੋਵੇ ਤਾਂ ਪਤਨੀ ਕਿੱਧਰ ਜਾਵੇ। ਮੈਂ ਆਪਣੀ ਮਾਂ ਨੂੰ ਕਿਹਾ ਕਿ ਇਹ 4 ਦਿਨ ਦੀ ਗੱਲ ਨਹੀਂ ਜੋ ਬਰਦਾਸ਼ਤ ਕਰ ਲਵਾਂ, ਇਹ ਤਾਂ ਉਮਰ ਭਰ ਦੀ ਗੱਲ ਆ। ਮੈਨੂੰ ਇੱਕ ਭੱਦਾ ਚਿਹਰਾ ਸਾਰੀ ਉਮਰ ਵੇਖਣਾ ਪਵੇਗਾ। ਵਿਆਹ ਦੇ ਦੂਜੇ ਦਿਨ
ਮੇਰੀ ਸੱਸ ਨੇ ਸਹੇਲੀਆਂ ਮੈਨੂੰ ਦੇਖਣ ਲਈ ਆਈਆਂ ਤਾਂ ਮੈਂ ਉਹਨਾਂ ਦੇ ਸਾਹਮਣੇ ਖੂਬ ਹੰਗਾਮਾ ਕੀਤਾ, ਜਿਸ ਦੀ ਵਜ੍ਹਾ ਨਾਲ ਮੇਰੀ ਸੱਸ ਨੂੰ ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮੈਂ ਸੋਚਿਆ ਕਿ ਇਸ ਹੰਗਾਮੇ ਦੇ ਬਾਅਦ ਤਾਂ ਮੇਰੀ ਸੱਸ ਕਿਸੇ ਨੂੰ ਘਰ ਬੁਲਾਉਣਾ ਹੀ ਛੱਡ ਦੇਵੇਗੀ, ਦੁਬਾਰਾ ਕਿਸੇ ਨੂੰ ਘਰ ਨਹੀਂ ਬੁਲਾਏਗੀ। ਅਜਿਹਾ ਹੀ ਹੋਇਆ। ਸੱਸ ਨੇ ਦੁਬਾਰਾ ਕਿਸੇ ਨੂੰ ਘਰ ਨਾ ਬੁਲਾਇਆ। ਮੈਂ ਘਰ ਦਾ ਕੋਈ ਕੰਮ ਨਾ ਕਰਦੀ, ਸਾਰਾ ਦਿਨ ਆਰਾਮ ਫਰੋਸ਼ ਵਿੱਚ ਹੀ ਰਹਿੰਦੀ, ਆਪਣੀ ਸੱਸ ਨੂੰ ਤਾਨੇ ਦੇਣ ਦਾ ਕੋਈ ਮੌਕਾ ਨਾ ਛੱਡਦੀ। ਸੱਸ ਦੀ ਇਹ ਹਾਲਤ ਦੇਖ ਕੇ ਮੈਨੂੰ ਬੜਾ ਹੀ ਸਕੂਨ ਮਿਲਦਾ ਸੀ। ਪਰ ਗੱਲ ਇੱਥੇ ਨਹੀਂ ਖਤਮ ਹੁੰਦੀ ਸੀ। ਮੈਂ ਹਰ ਦਿਨ ਕੋਈ ਨਾ ਕੋਈ ਅਜਿਹਾ ਬਹਾਨਾ ਲੱਭਦੀ ਜਿਸ ਦੀ ਵਜ੍ਹਾ ਨਾਲ ਮੇਰੀ ਸੱਸ ਅਤੇ ਮੇਰੇ ਪਤੀ ਨੂੰ ਪਰੇਸ਼ਾਨੀ ਅਤੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ। ਮੈਂ ਆਪਣੇ ਪਤੀ ਨੂੰ ਬਦਸੂਰਤ ਹੋਣ ਦਾ ਤਾਨਾ ਦਿੰਦੀ, ਉਸ ਦੇ ਨਾਲ ਸਿੱਧੇ ਮੂੰਹ ਗੱਲ ਨਾ ਕਰਦੀ, ਪਰ ਉਹ ਮੈਨੂੰ ਦੇਖ ਕੇ ਦੋਨੋਂ ਬਿਲਕੁਲ ਚੁੱਪ ਹੋ ਜਾਂਦੇ ਸੀ, ਮੈਨੂੰ ਕੁਝ ਨਾ ਕਹਿੰਦੇ। ਜੇ ਮੈਨੂੰ ਕੁਝ ਕਹਿੰਦੇ ਵੀ ਤਾਂ ਮੈਂ ਉਹਨਾਂ ਨੂੰ ਉਲਟਾ ਸੁਣਾ ਦਿੰਦੀ। ਉਹ ਸ਼ਰੀਫ ਲੋਕ ਸੀ, ਇਸ ਲਈ ਚੁੱਪ ਹੋ ਜਾਂਦੇ ਸੀ। ਮੈਂ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਤੰਗ ਕਰ ਦੇਵਾਂਗੀ ਕਿ ਅੱਗੇ 7 ਨਸਲਾਂ ਤੱਕ ਇਹ ਲੋਕ ਕਦੇ ਵੀ ਕਿਸੇ ਗਰੀਬ ਲੜਕੀ ਦੀ ਮਜਬੂਰੀ ਦਾ ਫਾਇਦਾ ਉਠਾਉਣ ਤੋਂ ਪਹਿਲਾਂ 1000 ਵਾਰ ਸੋਚਣਗੇ। ਜਦੋਂ ਮੈਨੂੰ ਇਹ ਸਭ ਤੋਂ ਵੀ ਚੈਨ ਨਾ ਮਿਲਿਆ ਤਾਂ ਮੈਂ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ। ਮੈਂ ਰੋਜ਼ਾਨਾ ਸ਼ਾਮ ਨੂੰ ਛੋਟੇ ਕੱਪੜੇ ਪਹਿਨ ਕੇ ਸਕੂਟੀ 'ਤੇ ਘਰ ਤੋਂ ਨਿਕਲ ਜਾਂਦੀ ਤੇ ਸਾਰੀ ਰਾਤ ਬਾਹਰ ਗੁਜ਼ਾਰਦੀ ਤੇ ਸਵੇਰੇ ਵਾਪਸ ਆਉਂਦੀ। ਮੈਂ ਅਜਿਹੀ ਜਗ੍ਹਾ ਚੁਣ ਲਈਆਂ ਸੀ ਜਿੱਥੇ ਅਮੀਰ ਲੜਕੇ ਤੇ ਲੜਕੀਆਂ ਜਾਂਦੇ ਸੀ। ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਕਾਫੀ ਜਗ੍ਹਾ ਸੀ ਜੋ ਸਿਰਫ ਅਮੀਰ ਨੌਜਵਾਨਾਂ ਦੇ ਲਈ ਬਣੀਆਂ ਗਈਆਂ ਸੀ, ਜਿਨ੍ਹਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਨਾਈਟ ਕਲੱਬ ਦਾ ਨਾਂ ਦਿੱਤਾ ਜਾਂਦਾ। ਤੇ ਸਾਡੇ ਦੇਸ਼ ਵਿੱਚ ਅਜਿਹੀਆਂ ਜਗ੍ਹਾ ਨੂੰ ਕੋਈ ਖਾਸ ਨਾਮ ਨਹੀਂ ਹੁੰਦਾ। ਸਾਡੇ ਦੇਸ਼ ਵਿੱਚ ਅਜਿਹੀਆਂ ਜਗ੍ਹਾ ਨੂੰ ਛੁਪ ਕੇ ਇਸਤੇਮਾਲ ਕਰਿਆ ਜਾਂਦਾ ਤਾਂ ਕਿ ਕੋਈ ਪੁਲਿਸ ਦਾ ਛਾਪਾ ਨਾ ਪੈ ਜਾਵੇ। ਮੈਂ ਵੀ ਇੱਕ ਅਜਿਹੇ ਨਾਈਟ ਕਲੱਬ ਦਾ ਹਿੱਸਾ ਬਣਦੀ ਜਾ ਰਹੀ ਸੀ। ਮੈਂ ਰੋਜ਼ਾਨਾ ਰਾਤ ਨੂੰ ਉੱਥੇ ਜਾਂਦੀ ਤੇ ਫਿਰ ਉੱਥੇ ਬੈਠ ਕੇ ਸਭ ਨੂੰ ਦੇਖਦੀ ਰਹਿੰਦੀ। ਮੈਂ ਬਸ ਇੱਕ ਕੋਨੇ ਵਿੱਚ ਬੈਠੀ ਰਹਿੰਦੀ। ਸ਼ੁਰੂ ਵਿੱਚ ਤਾਂ ਰਾਤ ਨੂੰ ਲੇਟ ਹੋਣ 'ਤੇ ਮੇਰੀ ਸੱਸ ਫੋਨ ਕਰਕੇ ਪੁੱਛਦੀ ਕਿ ਮੈਂ ਕਿੱਥੇ ਹਾਂ ਤੇ ਕਦੋਂ ਆਵਾਂਗੀ, ਪਰ ਜਦੋਂ ਮੈਂ ਉਹਨਾਂ ਦੀਆਂ ਇਸ ਗੱਲਾਂ ਦਾ ਜਵਾਬ ਚੰਗੀ ਤਰ੍ਹਾਂ ਨਾ ਦਿੱਤਾ ਤਾਂ ਬਾਅਦ ਵਿੱਚ ਉਹਨਾਂ ਨੇ ਮੇਰੇ ਪੇਕਿਆਂ ਨੂੰ ਦੱਸਿਆ। ਪੇਕਿਆਂ ਦੀ ਤਾਂ ਪਹਿਲਾਂ ਹੀ ਨਹੀਂ ਬਣਦੀ ਸੀ ਮੇਰੇ ਨਾਲ। ਫਿਰ ਮੇਰੇ ਤੋਂ ਤੰਗ ਆ ਕੇ ਉਹਨਾਂ ਨੇ ਮੇਰੀ ਖੈਰ ਖਬਰ ਲੈਣਾ ਹੀ ਛੱਡ ਦਿੱਤਾ। ਮੈਂ ਆਪਣੀ ਸੱਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਨੂੰ ਕਿਸੇ ਦੀ ਚੀਜ਼ ਲਈ ਪਰੇਸ਼ਾਨ ਨਾ ਕੀਤਾ ਜਾਵੇ, ਨਹੀਂ ਤਾਂ ਮੈਂ ਤੁਹਾਡੇ 'ਤੇ ਝੂਠੇ ਇਲਜ਼ਾਮ ਲਗਾ ਕੇ ਬਹੁਤ ਕੁਝ ਕਰਵਾ ਦੇਵਾਂਗੀ। ਮੇਰੇ ਇੰਨਾ ਕਹਿਣ 'ਤੇ ਹੀ ਉਹਨਾਂ ਨੇ ਮੈਨੂੰ ਆਜ਼ਾਦ ਛੱਡ ਦਿੱਤਾ, ਪਰ ਉਹ ਦੋਨੋਂ ਮੇਰੇ ਲਈ ਫਿਕਰ ਜ਼ਰੂਰ ਕਰਦੇ ਸੀ। ਮੈਂ ਜਿੱਥੇ ਰਾਤ ਨੂੰ ਜਾਂਦੀ ਸੀ ਤਾਂ ਉੱਥੇ ਮੈਨੂੰ ਇੱਕ ਲੜਕਾ ਮਿਲ ਗਿਆ। ਮੈਂ ਆਪਣੇ ਖਿਆਲਾਂ ਵਿੱਚ ਗੁੰਮ ਸੀ ਤਾਂ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਮੈਂ ਤੈਨੂੰ ਹਰ ਰੋਜ਼ ਦੇਖਦਾ, ਤੂੰ ਇੱਕ ਕੋਨੇ ਵਿੱਚ ਬੈਠੀ ਰਹਿੰਦੀ ਆ, ਕਿਸੇ ਨਾਲ ਕੋਈ ਗੱਲ ਨਹੀਂ ਕਰਦੀ। ਜੇ ਤੂੰ ਇੱਥੇ ਕੁਝ ਕਰਨਾ ਹੀ ਨਹੀਂ ਹੁੰਦਾ ਤਾਂ ਆਉਂਦੀ ਕਿਉਂ ਆ? ਮੈਂ ਇਹ ਗੱਲ ਸੁਣ ਕੇ ਮੈਨੂੰ ਉਹ ਰੋਹਨ ਵਿੱਚ ਦਿਲਚਸਪੀ ਮਹਿਸੂਸ ਹੋਈ। ਮੈਂ ਉਸ ਨਾਲ ਦੋਸਤੀ ਕਰ ਲਈ ਤੇ ਰੋਹਨ ਦੇ 2 ਹੋਰ ਦੋਸਤ ਸੀ। ਇਸ ਤਰ੍ਹਾਂ ਕਰਕੇ ਮੈਨੂੰ 3 ਵਧੀਆ ਦੋਸਤ ਮਿਲ ਗਏ। ਪਹਿਲਾਂ ਮੈਂ ਇੱਥੇ ਮਜਬੂਰੀ ਵਿੱਚ ਆਉਂਦੀ ਸੀ ਤਾਂ ਕਿ ਮੈਂ ਆਪਣੀ ਸੱਸ ਅਤੇ ਪਤੀ ਨੂੰ ਤਕਲੀਫਾਂ ਪਹੁੰਚਾ ਸਕਾਂ, ਪਰ ਹੁਣ ਮੈਨੂੰ ਇੱਥੇ ਰੋਹਨ ਵਰਗੇ ਦੋਸਤਾਂ ਦੀ ਸੰਗਤ ਮਿਲ ਗਈ ਸੀ। ਹੁਣ ਮੈਨੂੰ ਇੱਥੇ ਆਉਣਾ ਬੜਾ ਵਧੀਆ ਲੱਗਦਾ ਸੀ। ਉਹ ਤਿੰਨਾਂ ਦੀ ਇਹ ਗੱਲ ਬਹੁਤ ਚੰਗੀ ਸੀ ਕਿ ਉਹ ਤਿੰਨੋਂ ਆਪਣੀ ਹੱਦ ਵਿੱਚ ਰਹਿੰਦੇ ਸੀ। ਮੈਨੂੰ ਵੀ ਆਪਣੀ ਸੱਸ ਅਤੇ ਪਤੀ ਨਾਲ ਗੁੱਸਾ ਜ਼ਰੂਰ ਸੀ, ਪਰ ਮੈਨੂੰ ਵੀ ਆਪਣੀ ਹੱਦ ਦਾ ਅੰਦਾਜ਼ਾ ਸੀ। ਮੇਰੀ ਉਹਨਾਂ ਨਾਲ ਦੋਸਤੀ ਜ਼ਰੂਰ ਹੋ ਗਈ ਸੀ, ਪਰ ਉਹਨਾਂ ਨੇ ਨਾ ਹੀ ਮੈਨੂੰ ਡਾਂਸ ਲਈ ਮਜਬੂਰ ਕੀਤਾ ਸੀ ਤੇ ਨਾ ਹੀ ਕੋਈ ਗਲਤ ਫਰਮਾਇਸ਼ ਪਾਈ ਸੀ। ਅਸੀਂ ਸ਼ਾਮ ਨੂੰ ਇਕੱਠੇ ਹੁੰਦੇ ਤਾਂ ਸਾਰੀ ਰਾਤ ਗੱਲਾਂ ਕਰਦੇ, ਇੱਧਰ ਉੱਧਰ ਘੁੰਮਦੇ। ਲੜਕੇ ਲੜਕੀਆਂ ਨੂੰ ਦੇਖ ਕੇ ਉਹਨਾਂ 'ਤੇ ਹੱਸਦੇ ਅਤੇ ਫਿਰ ਸਵੇਰੇ ਹੋਣ 'ਤੇ ਪਹਿਲਾਂ ਘਰੇ ਚਲੇ ਜਾਂਦੇ ਸੀ। ਮੈਨੂੰ ਇਹਨਾਂ ਤਿੰਨਾਂ ਦੋਸਤਾਂ ਵਿੱਚ ਕੋਈ ਬੁਰਾਈ ਮਹਿਸੂਸ ਨਹੀਂ ਹੋ ਰਹੀ ਸੀ, ਪਰ ਹੌਲੀ-ਹੌਲੀ ਕਰਕੇ ਉਹ ਵੀ ਮੇਰੇ ਨਾਲ ਕੁਝ ਜ਼ਿਆਦਾ ਹੀ ਖੁੱਲ੍ਹਣ ਲੱਗੇ। ਉਹ ਮੇਰੇ ਕੋਲ ਬੈਠ ਕੇ ਸਿਗਰਟ ਪੀਣ ਲੱਗੇ। 1-2 ਵਾਰ ਤਾਂ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਮਨਾ ਕਰ ਦਿੱਤਾ, ਪਰ ਇੱਕ ਦਿਨ ਮੈਂ ਉਹਨਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਹੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਮੈਨੂੰ ਆਪਣੇ ਬਰਾਬਰ ਦੀ ਸਮਝਣ। 2-4 ਵਾਰ ਸਿਗਰਟ ਪੀਣ ਨਾਲ ਮੈਂ ਹੌਲੀ-ਹੌਲੀ ਨਸ਼ੇ ਦੀ ਲੱਤ ਵਿੱਚ ਲੱਗਦੀ ਜਾ ਰਹੀ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਦਿਖਾਉਣ ਦੇ ਚੱਕਰ ਵਿੱਚ ਖੁਦ ਬਰਬਾਦੀ ਦੇ ਰਾਹ ਵੱਲ ਜਾ ਰਹੀ ਸੀ। ਇੱਕ ਦਿਨ ਮੈਂ ਉੱਥੋਂ ਵਾਪਸ ਆਈ ਤਾਂ ਮੇਰੀ ਸੱਸ ਮੇਰੇ ਇੰਤਜ਼ਾਰ ਵਿੱਚ ਬੈਠੀ ਸੀ। ਮੈਨੂੰ ਦੇਖਦੀ ਹੋਏ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਇਸ ਤੋਂ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ ਮੈਂ। ਬਿਹਤਰ ਹੋਵੇਗਾ ਤੂੰ ਇਹ ਘਰ ਛੱਡ ਕੇ ਚਲੀ ਜਾ ਤੇ ਮੇਰਾ ਬੇਟਾ ਤੈਨੂੰ ਤਲਾਕ ਦੇਣ ਨੂੰ ਤਿਆਰ ਆ। ਸੱਸ ਦੀ ਗੱਲ ਸੁਣ ਕੇ ਜ਼ੋਰ ਨਾਲ ਮੈਂ ਹੱਸਣ ਲੱਗੀ। ਮੈਂ ਕਿਹਾ, ਇੰਨੀ ਜਲਦੀ ਮੈਂ ਤੇਰੇ ਤੇ ਤੇਰੇ ਬੇਟੇ ਦੀ ਜਾਨ ਨਹੀਂ ਛੱਡਣ ਵਾਲੀ।
ਹੁਣ ਬੇਟੇ ਨੇ ਮੇਰੀ ਜ਼ਿੰਦਗੀ ਨੂੰ ਮਜ਼ਾਕ ਸਮਝ ਕੇ ਰੱਖਿਆ ਸੀ ਤੇ ਜਦੋਂ ਚਾਹੇ ਮੈਨੂੰ ਇਸ ਘਰ ਵਿੱਚ ਲੈ ਆਵੇ ਤੇ ਜਦੋਂ ਚਾਹੇ ਘਰੋਂ ਕੱਢ ਦੇਵੇ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸੇ ਘਰ ਵਿੱਚ ਹੀ ਰਹਾਂਗੀ। ਮੇਰੀ ਸੱਸ ਇੱਕ ਵਾਰ ਫਿਰ ਤੋਂ ਮੇਰੀਆਂ ਗੱਲਾਂ ਸੁਣ ਕੇ ਚੁੱਪ ਹੋ ਗਈ। ਇੱਕ ਦਿਨ ਮੈਂ ਉਹਨਾਂ ਤਿੰਨਾਂ ਨੂੰ ਆਪਣੇ ਘਰ ਲੈ ਆਈ। ਮੇਰੇ ਪਤੀ ਨੇ ਕਿਹਾ ਕਿ ਕਲੱਬ ਜਾਣ ਤੇ ਚਲੋ, ਮੈਂ ਕੁਝ ਨਹੀਂ ਕਹਿੰਦਾ, ਪਰ ਇਹਨਾਂ ਤਿੰਨਾਂ ਲੜਕਿਆਂ ਤੋਂ ਦੂਰ ਰਹਿ, ਇਹ ਸਹੀ ਨਹੀਂ। ਪਰ ਮੈਂ ਆਪਣੇ ਪਤੀ ਦੀ ਇੱਕ ਨਾ ਮੰਨੀ। ਉਹ ਵੀ ਮੈਨੂੰ ਸਿਰਫ ਲੋਕਾਂ ਦੀ ਸ਼ਰਮ ਦਾ ਮਾਰਾ ਘਰੋਂ ਨਹੀਂ ਕੱਢਦਾ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਮੈਂ ਆਪਣੀ ਪਤਨੀ ਨੂੰ ਘਰੋਂ ਕੱਢ ਦਿੱਤਾ ਤਾਂ ਲੋਕੀ ਮੈਨੂੰ ਹੀ ਗਲਤ ਸਮਝਣਗੇ। ਖੈਰ ਇਸੇ ਤਰ੍ਹਾਂ ਹੀ ਚੱਲਦਾ ਗਿਆ। ਮੈਂ ਕਿਸੇ ਦੀ ਨਾ ਸੁਣਦੀ, ਉਹਨਾਂ ਤਿੰਨਾਂ ਲੜਕਿਆਂ ਨਾਲ ਸਾਰਾ ਦਿਨ ਗੁਜ਼ਾਰਦੀ। ਇੱਕ ਦਿਨ ਮੇਰਾ ਪਤੀ ਘਰ ਨਹੀਂ ਸੀ ਤੇ ਸੱਸ ਵੀ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ। ਮੈਂ ਮੌਕੇ ਦਾ ਫਾਇਦਾ ਉਠਾ ਕੇ ਉਹਨਾਂ ਦੋਸਤਾਂ ਨੂੰ ਘਰ ਬੁਲਾ ਲਿਆ ਤਾਂ ਕਿ ਮੈਂ ਉਹਨਾਂ ਨਾਲ ਅਯਾਸ਼ੀ ਕਰ ਸਕਾਂ। ਮੈਂ ਘਰ ਵਿੱਚ ਖਾਣ ਪੀਣ ਦਾ ਸਾਰਾ ਪ੍ਰਬੰਧ ਕਰ ਲਿਆ। ਮੈਂ ਸ਼ਰਾਬ, ਸਿਗਰਟ ਸਭ ਨਸ਼ੇ ਕਰਨ ਲੱਗ ਗਈ ਸੀ। ਕਹਿੰਦੇ ਆ ਕਿ ਜਦੋਂ ਇਨਸਾਨ ਜ਼ਿਆਦਾ ਉੱਚਾ ਉੱਠਣ ਲੱਗ ਜਾਵੇ ਨਾ ਤਾਂ ਇੱਕ ਦਿਨ ਥੱਲੇ ਜ਼ਰੂਰ ਡਿੱਗਦਾ। ਮੈਂ ਟਾਈਮ ਨਾਲ ਹੀ ਸਾਰਾ ਕੰਮ ਖਤਮ ਕਰਕੇ ਬੈਠ ਗਈ। ਉਹਨੇ ਨੂੰ ਉਹ ਤਿੰਨੋਂ ਲੜਕੇ ਘਰ ਆ ਗਏ। ਮੈਂ ਉਹਨਾਂ ਨਾਲ ਬੈਠ ਕੇ ਖੂਬ ਨਸ਼ਾ ਕੀਤਾ। ਜਦੋਂ ਉਹਨਾਂ ਨੇ ਮੇਰੇ ਹੋਸ਼ ਹਵਾਸ ਖੋਏ ਹੋਏ ਦੇਖੇ ਤਾਂ ਪਹਿਲੀ ਵਾਰ ਉਹਨਾਂ ਦਾ ਅਸਲੀ ਰੂਪ ਮੇਰੇ ਸਾਹਮਣੇ ਆਇਆ। ਉਹ ਤਿੰਨੋਂ ਮਿਲ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੇ। ਮੈਂ ਚੀਕ ਕੇ ਕਿਸੇ ਦੀ ਮਦਦ ਮੰਗਣ ਲੱਗੀ, ਪਰ ਮੇਰੀ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ। ਅੱਧੀ ਰਾਤ ਨੂੰ ਉਹ ਮੈਨੂੰ ਮੁਰਦਾ ਹਾਲਤ ਵਿੱਚ ਛੱਡ ਕੇ ਘਰੋਂ ਚਲੇ ਗਏ। ਅਗਲੇ ਦਿਨ ਸ਼ਾਮ ਨੂੰ ਮੇਰੇ ਪਤੀ ਘਰ ਆਏ ਤਾਂ ਉਹਨਾਂ ਨੇ ਮੇਰੇ ਹੱਥ ਵਿੱਚ ਡਿਵੋਰਸ ਦੇ ਕਾਗਜ਼ ਫੜਾ ਦਿੱਤੇ। ਮੈਂ ਹੈਰਾਨੀ ਨਾਲ ਉਹਨਾਂ ਤੋਂ ਪੁੱਛਣ ਲੱਗੀ ਤਾਂ ਉਹਨਾਂ ਨੇ ਕਿਹਾ, ਜੋ ਤੂੰ ਕੀਤਾ ਉਹ ਸਭ ਸਹੀ ਕੀਤਾ। ਚੱਲ ਮੇਰੇ ਘਰੋਂ ਦਫਾ ਹੋ ਜਾ। ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੇ ਘਰੇ ਇੱਕ ਮਿੰਟ ਵੀ ਹੋਰ ਰਹੇ। ਤੂੰ ਮੇਰੇ ਘਰ ਦੇ ਲਾਇਕ ਹੀ ਨਹੀਂ। ਮੈਂ ਹੀ ਤੈਨੂੰ ਹੁਣ ਤੱਕ ਸਿਰ ਤੇ ਬਿਠਾ ਕੇ ਰੱਖਿਆ ਕਿ ਤੂੰ ਸੁਧਰ ਜਾਵੇਂਗੀ, ਪਰ ਨਹੀਂ। ਮੇਰੇ ਲੱਖ ਕਹਿਣ ਤੇ ਵੀ ਤੂੰ ਉਹਨਾਂ ਲੜਕਿਆਂ ਨੂੰ ਘਰੇ ਬੁਲਾਇਆ। ਉਹ ਤਾਂ ਸ਼ੁਕਰ ਹੋਇਆ ਕਿ ਮੇਰੇ ਘਰ ਕੈਮਰੇ ਲੱਗੇ ਸੀ। ਜੇ ਇਹ ਨਾ ਲੱਗੇ ਹੁੰਦੇ ਤਾਂ ਮੈਨੂੰ ਤੇਰੇ ਇਸ ਰੂਪ ਦਾ ਪਤਾ ਹੀ ਨਹੀਂ ਲੱਗਣਾ ਸੀ। ਜਦੋਂ ਮੈਂ ਆਫਿਸ ਵਿੱਚ ਘਰ ਦੇ ਕੈਮਰੇ ਇਹ ਦੇਖਣ ਲਈ ਚੈੱਕ ਕੀਤੇ ਕਿ ਸਭ ਘਰੇ ਠੀਕ ਆ ਤਾਂ ਮੈਨੂੰ ਤੇਰਾ ਇਹ ਨੰਗਾ ਨਾਚ ਦਿਖਿਆ ਤੇ ਮੇਰੇ ਮਨ ਨੂੰ ਸਕੂਨ ਆਇਆ ਕਿ ਤੇਰੇ ਵਰਗੀ ਔਰਤ ਨਾਲ ਇਹੀ ਸਭ ਹੋਣਾ ਚਾਹੀਦਾ। ਮੈਂ ਉਸ ਡਿਵੋਰਸ ਦੇ ਕਾਗਜ਼ ਫੜ ਕੇ ਆਪਣੀ ਕਿਸਮਤ ਤੇ ਰੋ ਰਹੀ ਸੀ ਤੇ ਆਪਣੀ ਇੱਜ਼ਤ ਗਵਾ ਕੇ ਮੈਨੂੰ ਅਹਿਸਾਸ ਹੋਇਆ ਕਿ ਕਲੱਬ ਵਿੱਚ ਨਸ਼ਾ ਕਰਨ ਵਾਲੇ ਲੜਕੇ ਕਦੇ ਦੋਸਤ ਨਹੀਂ ਹੁੰਦੇ, ਜਦਕਿ ਉਹਨਾਂ ਦੀ ਅਸਲੀਅਤ ਮੇਰਾ ਪਤੀ ਬਹੁਤ ਪਹਿਲਾਂ ਤੋਂ ਜਾਣਦਾ ਸੀ, ਮੈਨੂੰ ਦੱਸ ਵੀ ਚੁੱਕਿਆ ਸੀ। ਪਰ ਮੈਂ ਆਪਣੀ ਜਿੱਦ ਵਿੱਚ ਅੰਨੀ ਹੋ ਗਈ ਸੀ ਤੇ ਆਪਣੀ ਇੱਜ਼ਤ ਨੂੰ ਖੁਦ ਉਹਨਾਂ ਲੜਕਿਆਂ ਦੇ ਹਵਾਲੇ ਕਰ ਬੈਠੀ। ਖੈਰ ਮੈਂ ਉੱਥੋਂ ਆਪਣਾ ਬੋਰੀ ਬਿਸਤਰਾ ਲੈ ਕੇ ਇੱਕ ਆਸ਼ਰਮ ਵਿੱਚ ਆ ਗਈ, ਕਿਉਂਕਿ ਹੋਰ ਮੈਂ ਕਿਤੇ ਜਾ ਨਹੀਂ ਸਕਦੀ ਸੀ। ਮੇਰੇ ਮਾਂ-ਬਾਪ ਮੇਰੇ ਨਾਲ ਪਹਿਲਾਂ ਹੀ ਮਿਲਣੋਂ ਵਰਤਨੋਂ ਹਟ ਗਏ ਸੀ। ਮੇਰੇ ਅੰਦਰ ਡਰ ਬੈਠ ਚੁੱਕਿਆ ਸੀ। ਹੁਣ ਮੈਂ ਇੱਕ ਪਾਪ ਦਾ ਹਿੱਸਾ ਬਣ ਚੁੱਕੀ ਸੀ। ਪਰਮਾਤਮਾ ਨੇ ਮੈਨੂੰ ਇੱਜ਼ਤ ਦੀ ਜ਼ਿੰਦਗੀ ਦਿੱਤੀ ਸੀ, ਪਰ ਮੈਂ ਖੁਦ ਉਸ ਨੂੰ ਬਰਬਾਦ ਕਰ ਦਿੱਤਾ ਸੀ। ਰੋਹਨ ਅਤੇ ਉਸ ਦੇ ਦੋਸਤ ਬਹੁਤ ਖੂਬਸੂਰਤ ਸੀ, ਪਰ ਜਦੋਂ ਮੈਂ ਉਹਨਾਂ ਖੂਬਸੂਰਤ ਚਿਹਰਿਆਂ ਦਾ ਭਿਆਨਕ ਰੂਪ ਦੇਖਿਆ ਤਾਂ ਮੈਨੂੰ ਖੂਬਸੂਰਤ ਚਿਹਰਿਆਂ ਤੋਂ ਨਫ਼ਰਤ ਹੋਣ ਲੱਗੀ ਸੀ। ਮੈਨੂੰ ਆਸ਼ਰਮ ਵਿੱਚ ਰਹਿੰਦੀ ਨੂੰ 6 ਸਾਲ ਹੋ ਚੁੱਕੇ ਸੀ। ਇੱਕ ਦਿਨ ਮੈਂ ਦੇਖਿਆ ਕਿ ਇੱਕ ਆਦਮੀ ਤੇ ਇੱਕ ਔਰਤ ਆਪਣੇ ਬੱਚੇ ਨਾਲ ਆਸ਼ਰਮ ਵਿੱਚ ਜ਼ਰੂਰੀ ਚੀਜ਼ਾਂ ਵੰਡਣ ਵਾਸਤੇ ਆਏ ਹਨ। ਉਹ ਹਰ ਇੱਕ ਨੂੰ ਜ਼ਰੂਰਤ ਦੇ ਹਿਸਾਬ ਨਾਲ ਚੀਜ਼ਾਂ ਦੇ ਰਹੇ ਸੀ। ਜਦੋਂ ਉਹ ਮੇਰੇ ਕੋਲ ਆਏ ਤਾਂ ਮੈਂ ਦੇਖਿਆ ਕਿ ਉਹ ਮੇਰਾ ਪਤੀ ਸੀ। ਉਸ ਦੇ ਨਾਲ ਉਸ ਦੀ ਖੂਬਸੂਰਤ ਪਤਨੀ ਤੇ 3 ਸਾਲ ਦਾ ਬੇਟਾ ਸੀ। ਉਹ ਆਪਣੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਆਸ਼ਰਮ ਨਾਲ ਸਾਂਝੀ ਕਰਨ ਆਏ ਸੀ। ਮੇਰੇ ਪਤੀ ਨੇ ਮੈਨੂੰ ਪਛਾਣਿਆ ਤੱਕ ਨਹੀਂ ਤੇ ਉਹ ਮੈਨੂੰ ਕੁਝ ਚੀਜ਼ਾਂ ਦੇ ਕੇ ਆਪਣੀ ਪਤਨੀ ਦੇ ਨਾਲ ਹੱਸਦਾ ਹੋਇਆ ਅੱਗੇ ਲੰਘ ਗਿਆ। ਮੈਨੂੰ ਉਹਨਾਂ ਨੂੰ ਦੇਖ ਕੇ ਆਪਣੇ ਆਪ ਤੇ ਬੜਾ ਅਫਸੋਸ ਹੋਇਆ ਸੀ ਕਿ ਜੇ ਮੈਂ ਆਪਣੀ ਜ਼ਿੰਦਗੀ ਵਿੱਚ ਉਹ ਗਲਤੀਆਂ ਨਾ ਕਰਦੀ ਤਾਂ ਇਸ ਖੂਬਸੂਰਤ ਲੜਕੀ ਦੀ ਜਗ੍ਹਾ ਮੈਂ ਹੁੰਦੀ। ਸੋ ਦੋਸਤੋ, ਕਈ ਵਾਰ ਆਪਾਂ ਆਪਣੇ ਘਮੰਡ ਵਿੱਚ ਸਭ ਕੁਝ ਗਵਾ ਦਿੰਦੇ ਹਾਂ ਤੇ ਉਸ ਦਾ ਪਛਤਾਵਾ ਆਪਾਂ ਨੂੰ ਪਿੱਛੋਂ ਹੁੰਦਾ। ਇਸ ਕਰਕੇ ਆਪਾਂ ਨੂੰ ਜੋ ਮਿਲਿਆ ਉਸ ਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ, ਕਿਉਂਕਿ ਰੰਗ 2 ਹੀ ਹੁੰਦੇ ਹਨ, ਕਾਲਾ ਤੇ ਗੋਰਾ। ਸੋ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।